ਓਕੇ बेटा ਅੱਜ ਅਸੀਂ ਕਰਨ ਜਾ ਰਹੇ ਹਾਂ ਸਿਗਨੀਫੀਕੈਂਸ ਆਫ ਨੋਰਮਲ ਮੋਡਸ। ਜਿਹੜਾ ਮੈਂ ਤੁਹਾਨੂੰ ਲਾਸਟ ਟਾਈਮ ਦਿੱਤਾ ਸੀਗਾ ਉਹਦੇ ਵਿੱਚ ਸੀਗਾ ਤੁਹਾਡਾ ਡਿਗਰੀਜ਼ ਆਫ ਫਰੀडम, ਜਿਹਦੇ ਵਿੱਚ ਤੁਸੀਂ ਇਹ ਸ਼ੋਅ ਕਰਨਾ ਸੀਗਾ ਕਿ ਜਿਹੜਾ ਕੋਈ ਵੀ ਕਪਲਡ ਸਿਸਟਮ ਹੈ ਉਹਦੇ ਕੋਲ 4 ਡਿਗਰੀਜ਼ ਆਫ ਫਰੀडम ਹੁੰਦੇ ਹੈ ਵੈਨ ਯੂ ਕੰਪੇਅਰ ਇਟ ਵਿਦ ਸਿੰਪਲ ਹਾਰਮੋਨਿਕ ਆਸਲੇਟਰ ਜਿਹਦੇ ਕੋਲ 2 ਡਿਗਰੀਜ਼ ਆਫ ਫਰੀडम ਹੁੰਦੇ ਆ ਬਟ ਕਪਲਡ ਦੇ ਕੋਲ 4 ਹੁੰਦੇ ਆ। ਹੁਣ ਅਸੀਂ ਗੱਲ ਕਰਾਂਗੇ ਨੋਰਮਲ ਮੋਡਸ ਦੀ ਸਿਗਨੀਫੀਕੈਂਸ ਦੀ ਅਤੇ ਉਹਦੇ ਤੋਂ ਐਕਸ ਔਰ ਵਾਈ ਦੀਆਂ ਵੈਲਿਊਜ਼ ਜਿਹੜੀਆਂ ਨੇ ਉਹ ਅਸੀਂ ਨਿਕਾਲਾਂਗੇ। ਤੋ ਇਹ ਜਿਵੇਂ ਕਿ ਤੁਸੀਂ ਇਹਨੂੰ ਦੇਖ ਹੀ ਸਕਦੇ ਹੋ ਕਿ ਜਿਹੜਾ ਕਪਲਡ ਸਿਸਟਮ ਹੈ ਉਹ ਤੁਹਾਨੂੰ ਪਤਾ ਹੀ ਹੈ ਕਿ ਕਿਸੇ ਜਿੰਨੇ ਮਰਜ਼ੀ ਨੰਬਰ ਆਫ ਵੇਜ਼ ਜਿਹੜੇ ਨੇ ਉਹਨਾਂ ਦੇ ਥਰੂ ਉਹਨਾਂ ਨੂੰ ਔਸੀਲੇਸ਼ਨਸ ਦੇ ਵਿੱਚ ਤੁਸੀਂ ਲੈ ਕੇ ਆ ਸਕਦੇ ਹੋ। ਹਰ ਵੇਲੇ ਜਿਹੜੀ ਉਹਦੀ ਔਸੀਲੇਸ਼ਨਸ ਹੈ ਉਹ ਹੋ ਸਕਦੀਆਂ ਨੇ ਪੀਰੀਓਡਿਕ ਜਾਂ ਨਹੀਂ ਵੀ ਹੋ ਸਕਦੀਆਂ। ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਔਸੀਲੇਸ਼ਨਸ ਜਿਹੜੀਆਂ ਨੇ ਉਹ ਸ਼ੁਰੂ ਕਰਵਾਈਆਂ ਨੇ। ਤਾਂ ਨੋਰਮਲ ਮੋਡਸ ਜਿਹੜੇ ਨੇ ਉਹ ਸਿਰਫ ਇੱਕ ਤਰੀਕੇ ਨੇ, ਮਤਲਬ 2 ਤਰੀਕੇ ਨੇ ਜਿਨ੍ਹਾਂ ਦੇ ਨਾਲ ਤੁਸੀਂ ਉਹਨਾਂ ਨੂੰ ਔਸੀਲੇਟ ਕਰਵਾ ਸਕਦੇ ਹੋ ਸੇਮ ਫ੍ਰੀਕੁਐਂਸੀ ਦੇ ਨਾਲ, ਇਕੁਅਲ ਮੈਗਨੀਟਿਊਡ ਨਾਲ, ਮਤਲਬ ਉਹਨਾਂ ਦੀ ਸੇਮ ਰੇਸ਼ੋ ਆਫ ਡਿਸਪਲੇਸਮੈਂਟ ਜਿਹੜੀ ਹੈ ਉਹਦੇ ਥਰੂ ਜਿਹੜੇ ਆ ਉਹ ਹੋ ਸਕੇ। ਤੋ ਜਿਹੜਾ ਜਨਰਲ ਮੋਸ਼ਨ ਹੈ ਉਹ ਐਕਚੁਅਲੀ ਦੇ ਵਿੱਚ ਨੋਰਮਲ ਮੋਡਸ ਦੀ ਸੁਪਰਪੋਜੀਸ਼ਨ ਤੋਂ ਬਣਦਾ ਹੈ। ਮਤਲਬ ਨੋਰਮਲ ਮੋਡਸ ਇਸ ਤਰੀਕੇ ਨਾਲ ਮੂਵ ਕਰਦੇ ਨੇ, ਉਹਨਾਂ ਨੂੰ ਅਸੀਂ ਸੁਪਰ ਇੰਪੋਜ਼ ਜਦੋਂ ਕਰਦੇ ਹਾਂ ਤਾਂ ਹੀ ਜਿਹੜਾ ਹੈਗਾ ਤੁਹਾਡਾ ਜਨਰਲ ਮੋਸ਼ਨ ਜਿਹੜਾ ਉਹ ਬਣ ਸਕਦਾ। ਤੋ ਹੁਣ ਇੱਥੇ ਅਸੀਂ ਲਵਾਂਗੇ ਨੋਰਮਲ ਮੋਡਸ ਦੇ ਜਿਹੜੇ ਤੁਹਾਡੇ ਕੋਆਰਡੀਨੇਟਸ ਜਿਹੜੇ ਅਸੀਂ ਲਾਸਟ ਆਰਟੀਕਲਸ ਕੀਤਾ ਸੀਗਾ ਉਹਦੇ ਵਿੱਚ ਸੀਗਾ ਕੈਪੀਟਲ X ਇਜ਼ ਇਕੁਅਲ ਟੂ ਕੈਪੀਟਲ X0 cos of ω1t - φ1। ਸਿਮਿਲਰਲੀ ਨੋਰਮਲ ਮੋਡ Y ਉਹਦੇ ਵਿੱਚ ਤੁਸੀਂ Y0 cos ω2t - φ2। ਤੋ X ਜਿਹੜਾ ਹੈ ਉਹ ਤੁਹਾਡਾ ਹੈਗਾ ਇਨ ਫੇਜ਼ ਮੋਡ, Y ਜਿਹੜਾ ਉਹ ਤੁਹਾਡਾ ਆਊਟ ਆਫ ਫੇਜ਼ ਮੋਡ ਹੈ ਔਰ ਸਮੋਲ x ਤੁਸੀਂ ਦੇਖ ਸਕਦੇ ਹੋ X + Y/2। ਤੋ ਇਹ ਸਾਰੀ ਚੀਜ਼ ਇੱਥੇ ਆ ਜਾਏਗੀ, ਫਿਰ ਇੱਧਰੋਂ ਇਹ ਵਾਲੀ ਚੀਜ਼ ਇੱਧਰ ਆ ਜਾਏਗੀ ਅਤੇ 2 ਨਾਲ ਤੁਸੀਂ ਡਿਵਾਈਡ ਕਰੋਗੇ, ਇਸ ਲਈ ਇਹਦੇ ਨੀਚੇ ਵੀ 2 ਲਿਖਿਆ ਹੋਇਆ, ਇਹਦੇ ਨੀਚੇ ਵੀ 2 ਲਿਖਿਆ ਹੋਇਆ ਹੈ। ਤੁਹਾਡੀ ਬੁੱਕ ਦੇ ਵਿੱਚ ਇਹ ਇੱਕ ਪ੍ਰੋਬਲਮ ਹੈਗੀ ਹੈ ਕਿ ਇੱਥੇ ਕੈਪੀਟਲ Y ਆਉਣਾ, ਕੈਪੀਟਲ X ਨਹੀਂ ਆਉਣਾ, ਉੱਥੇ ਉਹਨਾਂ ਨੇ ਕੈਪੀਟਲ X ਲਿਖਿਆ, ਤੁਸੀਂ ਠੀਕ ਕਰ ਲੈਣਾ। ਸਿਮਿਲਰਲੀ Y ਦੀ ਜਿਹੜੀ ਵੈਲਿਊ ਹੈ ਉਹ ਅਸੀਂ ਇਸ ਤਰ੍ਹਾਂ ਹੀ ਨਿਕਾਲਾਂਗੇ X/2 - Y/2। ਤੋ ਇੱਥੇ ਤੁਸੀਂ X/2 - Y/2 ਇਸ ਤਰੀਕੇ ਨਾਲ ਤੁਸੀਂ ਨਿਕਾਲ ਸਕਦੇ ਹੋ। ਦੇਖੋ ਤੁਹਾਡੇ ਕੋਲ ਇੱਥੇ 4 ਟਾਈਪ ਦੇ ਅਨਨੋਨ ਹੈਗੇ ਆ X0, Y0, φ1 ਅਤੇ φ2। ਇਸ ਤਰ੍ਹਾਂ ਦੇ ਅਗਰ ਤੁਸੀਂ ਇਹਨਾਂ ਦੀ ਵੈਲਿਊਜ਼ ਨਿਕਾਲ ਸਕੋ ਕਿਸੇ ਤਰੀਕੇ 4 ਅਨਨੋਨਸ ਦੀ, ਤਾਂ ਤੁਸੀਂ ਜਨਰਲ ਮੋਸ਼ਨ ਜਿਹੜਾ ਹੈ ਉਹ ਕਿਸੇ ਵਿੱਚ ਮਤਲਬ ਜੇ ਕਪਲ ਸਿਸਟਮ ਹੈ ਉਹਦਾ ਤੁਸੀਂ ਨਿਕਾਲ ਸਕਦੇ ਹੋ। ਅਤੇ ਇਸ ਲਈ ਜਿਹੜੇ ਨੋਰਮਲ ਮੋਡਸ ਨੇ ਉਹਨਾਂ ਨੂੰ ਸਿੱਖਣਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਠੀਕ ਹੈ ਜੀ। ਅਤੇ ਹੁਣ ਅਸੀਂ ਡਿਟਰਮਿਨ ਕਰਨੇ ਨੇ ਆਪਣੇ ਨੋਰਮਲ ਮੋਡਸ। ਉਹਨਾਂ ਦੇ ਲਈ ਅਸੀਂ ਸਿੰਪਲ ਪੈਂਡੂਲਮਸ ਵਾਲੇ ਜਿਹੜੇ ਨੋਰਮਲ ਮੋਡਸ ਹੈ ਉਹਨਾਂ ਦੀ ਹੀ ਗੱਲ ਕਰਾਂਗੇ। ਇਹਦੇ ਵਿੱਚ ਇਹ 2 ਇਕੁਏਸ਼ਨ ਜਿਹੜੀਆਂ ਨੇ ਉਹ ਤੁਹਾਡੇ ਕੋਲ ਆਉਂਦੀਆਂ ਨੇ ਜਦੋਂ ਤੁਸੀਂ 2 ਔਸੀਲੇਟਰ ਲੈਂਦੇ ਹੋ, ਇੱਕ P1 ਅਤੇ ਇੱਕ P2 ਔਸੀਲੇਟਰ। ਠੀਕ ਹੈ ਜੀ। ਤੋ ਇਹ ਜਿਹੜੇ ਔਸੀਲੇਟਰਸ ਨੇ ਮਤਲਬ ਇੱਕ ਦੀ ਇਸ ਤਰ੍ਹਾਂ ਕਰਕੇ ਸੀਗਾ ਤੁਹਾਡਾ, ਇਹ ਫਿਰ ਜਿਹੜੇ ਪੈਂਡੂਲਮ ਸੀਗੇ ਤੁਹਾਡੇ, ਇਹ ਤੁਹਾਡੇ ਕਪਲ ਸੀਗੇ ਥਰੂ ਅ ਸਪਰਿੰਗ। ਠੀਕ ਹੈ। ਤੋ ਇਹਦੀ ਜਿਹੜੀ ਡਿਸਪਲੇਸਮੈਂਟ ਉਹ X ਸੀਗੀ, ਇਹਦੀ ਡਿਸਪਲੇਸਮੈਂਟ Y ਸੀਗੀ। ਤਾਂ ਉਦੋਂ ਤੋਂ ਅਸੀਂ ਇਹ 2 ਇਕੁਏਸ਼ਨਸ ਜਿਹੜੀਆਂ ਨੇ ਉਹ ਅਸੀਂ ਕੀਤੀਆਂ ਸੀਗੀਆਂ। ਤਾਂ ਹੁਣ ਅਸੀਂ ਸਪੋਜ਼ ਕਰ ਲਿਆ ਕਿ ਜਿਹੜੀ ਜਨਰਲ ਸੋਲਿਊਸ਼ਨ ਹੈ ਉਹ ਇਹਨਾਂ ਦੋਨਾਂ ਦਾ A1 cos ω t ਹੈ ਔਰ A2 cos ω t ਹੈ, ਕਿਉਂਕਿ ਪੀਰੀਓਡਿਕ ਮੋਸ਼ਨ ਹੈ ਅਤੇ ਇਸ ਲਈ ਅਸੀਂ cos ਫੰਕਸ਼ਨ ਦੇ ਨਾਲ ਸਿੰਪਲ ਜਿਹੜਾ ਵਾ ਉਸ ਤਰੀਕੇ ਨਾਲ ਅਸੀਂ ਲੈ ਲਿਆ। ਹੁਣ X ਦੀ ਵੈਲਿਊ ਹੈਗੀ ਹੈ ਤੁਹਾਡੇ ਕੋਲ A1 cos ω t। ਹੁਣ ਤੁਸੀਂ X ਇਹ ਫਸਟ ਵਾਲੀ ਇਕੁਏਸ਼ਨ ਦੇ ਵਿੱਚ ਤੁਸੀਂ ਫਿਲ ਕਰੋਗੇ, ਸੈਕਿੰਡ 'ਚ ਵੀ ਫਿਲ ਕਰੋਗੇ। Y ਦੀ ਵੈਲਿਊ Y ਔਰ X ਮਤਲਬ ਦੋਨਾਂ ਦੀ ਵੈਲਿਊ ਤੁਸੀਂ ਇਹਨਾਂ ਦੋਨਾਂ ਇਕੁਏਸ਼ਨ ਦੇ ਵਿੱਚ ਫਿਲ ਕਰਨੀ ਹੈ। ਤੋ ਇਹਦੇ ਵਿੱਚ ਤੁਹਾਡੇ ਕੋਲ ਹੈਗਾ d2x/dt²। ਇਹਦੀ ਇੱਕ ਵਾਰ ਡਿਫਰੈਂਸੀਏਸ਼ਨ ਕਰੋਗੇ ਤਾਂ ਤੁਹਾਡੇ ਕੋਲ ਸਾਈਨ ਫੰਕਸ਼ਨ ਆ ਜਾਏਗਾ, ਉਹਦੇ ਨਾਲ ω ਆਏਗਾ। 2 ਵਾਰ ਕਰੋਗੇ ਤਾਂ ਤੁਹਾਡੇ ਕੋਲ ਦੁਬਾਰਾ cos ਫੰਕਸ਼ਨ ਆਏਗਾ ਪਰ ਨੈਗੇਟਿਵ ਸਾਈਨ ਆਏਗਾ, ਉਹਦੇ ਨਾਲ ω² ਆਏਗਾ। ਤੋ ਇਹੀ ਇਹਨਾਂ ਨੇ ਕੀਤਾ ਹੋਇਆ। ਇੱਥੇ ਦੇਖੋ M ਹੈ ਤੁਹਾਡੇ ਕੋਲ, ਬਾਕੀ ਜਿਹੜਾ ਫੈਕਟਰ ਹੈ ਇੱਕ ਮਾਈਨਸ ਸਾਈਨ, ਠੀਕ ਹੈ, ਕਿਉਂਕਿ ਇਹਦੀ ਡਿਫਰੈਂਸੀਏਸ਼ਨ ਹੋ ਰਹੀ ਹੈ 2 ਵਾਰ, ਇੱਕ ਮਾਈਨਸ ਸਾਈਨ, ਇੱਕ ਇਹਦਾ ω² ਅਤੇ ਨਾਲ ਇਹੀ ਵਾਲਾ ਸੇਮ ਫੰਕਸ਼ਨ ਜਿਹੜਾ ਉਹ ਹੈਗਾ। ਇਹਨੂੰ ਤੁਸੀਂ 2 ਵਾਰ ਡਿਫਰੈਂਸੀਏਸ਼ਨ ਕਰੋਗੇ ਤਾਂ ਤੁਹਾਡੇ ਕੋਲ ਇਹ ਚੀਜ਼ ਆ ਜਾਏਗੀ। ਉਸ ਤੋਂ ਬਾਅਦ -m
जी, ठीक है जी, माइनस एम जी एक्स बाय एल, मतलब ये सारी चीज़ का एल, A1 बाय एल कॉज ऑफ ओमेगा टी माइनस एस। ਹੁਣ x ਮਾਈਨਸ y ਹੈ, ਮਤਲਬ ਇਹਨੂੰ ਵਿੱਚੋਂ ਮਾਈਨਸ ਕਰੋਗੇ, ਇਹਨਾਂ ਦੋਨਾਂ ਵਿੱਚ cos ਕਾਮਨ ਹੈਗਾ ਤੇ A1 ਮਾਈਨਸ A2, ਇਸ ਤਰ੍ਹਾਂ ਕਰਕੇ ਤੁਹਾਡੇ ਕੋਲ ਇਹ ਵਾਲੀ ਜਿਹੜੀ ਇਕੁਏਸ਼ਨ ਹੈ ਉਹ ਬਣ ਜਾਂਦੀ ਹੈ। cos ਓਮੇਗਾ ਟੀ ਜਿਹੜਾ ਉਹ ਸਭ 'ਚ ਕਾਮਨ ਹੈਗਾ, ਇਸ ਲਈ ਉਹ ਅਸੀਂ ਕੈਂਸਲ ਕਰ ਦਿੱਤਾ ਹੋਇਆ, ਤੇ ਇਸ ਤਰ੍ਹਾਂ ਤੁਹਾਡੀ ਇਕੁਏਸ਼ਨ ਨੰਬਰ 3 ਬਣਦੀ ਹੈ। ਸਿਮਿਲਰਲੀ ਜਦੋਂ ਤੁਸੀਂ ਇਹ ਸਾਰੀ ਕੁਆਂਟੀਟੀਜ਼ ਨੂੰ ਇਕੁਏਸ਼ਨ ਨੰਬਰ 2 ਦੇ ਵਿੱਚ ਫਿਲ ਕਰਦੇ ਹੋ ਤਾਂ ਤੁਹਾਡੇ ਕੋਲ ਇਕੁਏਸ਼ਨ ਨੰਬਰ 4 ਬਣ ਜਾਂਦੀ ਹੈ। ਠੀਕ ਹੈ ਜੀ, ਹੁਣ ਅਸੀਂ ਵੈਲਿਊਜ਼ ਕਿਉਂਕਿ ਹੁਣ ਅਸੀਂ ਇਹਨਾਂ ਦੋਨਾਂ ਇਕੁਏਸ਼ਨਸ ਨੂੰ ਸੋਲਵ ਕਰਨਾ ਹੈ, ਤਾਂ ਇਸ ਲਈ ਦੋਵਾਂ ਨੂੰ ਇੱਕ ਵਾਰ ਤੁਸੀਂ ਐਡ ਕਰ ਦਿਓ, ਇੱਕ ਵਾਰ ਤੁਸੀਂ ਇਹਨਾਂ ਦੋਵਾਂ ਨੂੰ ਤੁਸੀਂ ਸਬਟਰੈਕਟ ਕਰ ਦਿਓ। ਤਾਂ ਜਦੋਂ ਅਸੀਂ ਇਹਨਾਂ ਦੋਨਾਂ ਇਕੁਏਸ਼ਨਸ ਨੂੰ ਐਡ ਕਰਾਂਗੇ ਤਾਂ ਇਹ ਤੁਹਾਡੇ ਕੋਲ ਐਡੀਸ਼ਨ ਹੋ ਗਈ, ਇੱਧਰੋਂ ਇਹ ਲੈਫਟ ਹੈਂਡ ਸਾਈਡ ਵੀ ਐਡ ਹੋ ਜਾਏਗੀ ਅਤੇ ਉਸ ਤੋਂ ਬਾਅਦ ਇੱਧਰੋਂ ਰਾਈਟ ਹੈਂਡ ਸਾਈਡ ਵੀ ਐਡ ਹੋ ਜਾਏਗੀ। ਤਾਂ ਇੱਥੇ A1 ਪਲੱਸ A2 ਇਹ ਵਾਲਾ ਸਾਰਾ ਆ ਗਿਆ। ਹੁਣ ਜਿਹੜਾ ਇਹ ਵਾਲੀ ਚੀਜ਼ ਹੈ ਇਹ ਤੁਹਾਡੇ ਕੋਲ ਹੈਗੀ ਹੈ ਮਾਈਨਸ ਐਸ A1 ਮਾਈਨਸ A2, ਔਰ ਇਹ ਵਾਲੀ ਚੀਜ਼ ਹੈਗੀ ਹੈ ਮਾਈਨਸ ਐਸ A2 ਮਾਈਨਸ A1। ਠੀਕ ਹੈ ਨਾ, ਅਗਰ ਤੁਸੀਂ ਇਹ 'ਚੋਂ ਮਾਈਨਸ ਕਾਮਨ ਲੈਂਦੇ ਹੋ ਇੱਕ, ਮਤਲਬ ਜਿਹੜੀ ਇਹ ਵਾਲੀ ਪੂਰੀ ਚੀਜ਼ ਹੈਗੀ ਹੈ ਇਹਨੂੰ ਮੈਂ ਲਿਖ ਸਕਦੀ ਹਾਂ ਪੋਜ਼ੀਟਿਵ ਆਫ ਐਸ A1 ਮਾਈਨਸ A2। ਤਾਂ ਦੇਖੋ ਇੱਕ ਤੁਹਾਡੇ ਕੋਲ ਪਲੱਸ ਐਸ A1 ਮਾਈਨਸ A2 ਹੈ, ਦੂਸਰਾ ਤੁਹਾਡੇ ਕੋਲ ਮਾਈਨਸ ਐਸ A1 ਮਾਈਨਸ A2 ਹੈ। ਤਾਂ ਇਹ ਦੋਨੋਂ ਜਿਹੜੇ ਨੇ ਆਪਸ 'ਚ ਕੈਂਸਲ ਹੋ ਜਾਣਗੇ, ਇਸ ਲਈ ਤੁਹਾਡੇ ਕੋਲ ਸਿਰਫ ਇਹ ਦੋ ਟਰਮਸ ਦੀ, ਇਹਨਾਂ ਦੋਵਾਂ ਨੂੰ ਐਡ ਕਰਕੇ ਤੁਹਾਡੇ ਕੋਲ ਇਹ ਵਾਲੀ ਟਰਮ ਆਈ, ਔਰ ਇਹਨਾਂ ਦੋਨਾਂ ਨੂੰ ਐਡ ਕਰਕੇ ਤੁਹਾਡੇ ਕੋਲ ਇਹ ਵਾਲੀ ਟਰਮ ਜਿਹੜੀ ਹੈ ਉਹ ਬਣ ਜਾਂਦੀ ਹੈ। ਠੀਕ ਹੈ, ਤੋ ਓਮੇਗਾ ਜਿਹੜਾ ਓਮੇਗਾ ਅਗੇਨ ਉਹ ਜਿਹੜਾ G ਬਾਈ L ਉਹੀ ਤੁਹਾਡੇ ਕੋਲ ਆ ਗਿਆ। ਦੇਖੋ ਨਾ A1 ਪਲੱਸ ਇਹ ਜਿਹੜੀ ਚੀਜ਼ ਹੈ ਇਹ ਵਾਲੀ ਚੀਜ਼ ਇਹਦੇ ਨਾਲ ਕੈਂਸਲ ਹੋ ਗਈ, M ਵੀ ਜਿਹੜਾ ਉਹ ਤੁਹਾਡਾ ਕੈਂਸਲ ਹੋ ਗਿਆ। ਜਦੋਂ M ਵੀ ਕੈਂਸਲ ਹੋ ਗਿਆ ਤਾਂ ਇੱਥੋਂ ਓਮੇਗਾ ਸਕੁਏਅਰ ਦੀ ਵੈਲਿਊ ਤੁਹਾਡੇ ਕੋਲ ਆਈ ਹੈ G ਬਾਈ L, ਯਾਨੀ ਕਿ ਓਮੇਗਾ ਦੀ ਵੈਲਿਊ ਆ ਗਈ ਹੈ ਅੰਡਰ ਰੂਟ G ਬਾਈ L। ਤਾਂ ਇਹ ਵਾਲੀ ਇਕੁਏਸ਼ਨ, ਇਹ ਵਾਲੀ ਜਿਹੜੀ ਫ੍ਰੀਕੁਐਂਸੀ ਹੈ ਇਹ ਫ੍ਰੀਕੁਐਂਸੀ ਹੈਗੀ ਹੈ 1 ਨੋਰਮਲ ਮੋਡ ਦੀ। ਹੁਣ ਤੁਸੀਂ, ਮੈਂ ਬੋਲਿਆ ਸੀ ਕਿ ਇਹ ਦੋ ਇਕੁਏਸ਼ਨ ਨੂੰ ਅਸੀਂ ਸੋਲਵ ਕਰਨਾ ਹੈ, ਤਾਂ ਫਸਟ ਟਾਈਮ ਅਸੀਂ ਇਹਨਾਂ ਦੋਵਾਂ ਨੂੰ ਐਡ ਕੀਤਾ, ਹੁਣ ਇਹਨਾਂ ਦੋਨਾਂ ਇਕੁਏਸ਼ਨ ਨੂੰ ਅਸੀਂ ਮਾਈਨਸ ਕਰ ਰਹੇ ਹਾਂ। ਤਾਂ A1 ਮਾਈਨਸ A2 ਇੱਥੇ ਆ ਗਿਆ, ਇੱਧਰੋਂ ਵੀ A1 ਮਾਈਨਸ A2 ਇੱਥੇ ਆ ਜਾਏਗਾ, ਅਤੇ ਇੱਧਰੋਂ ਫਿਰ ਮਾਈਨਸ ਐਸ A1 ਮਾਈਨਸ A2, ਫਿਰ ਇੱਥੇ ਪਲੱਸ ਐਸ A2 ਮਾਈਨਸ A1, ਇਸ ਤਰ੍ਹਾਂ ਕਰਕੇ ਤੁਹਾਡੇ ਕੋਲ ਆ ਜਾਏਗਾ। ਅਤੇ ਇੱਥੇ ਟਵਾਈਸ ਆਫ ਹੋ ਜਾਏਗਾ ਇਹਨਾਂ ਦੋਨਾਂ ਦਾ, ਕਿਉਂਕਿ ਇਹ ਦੋਨੋਂ ਚੀਜ਼ਾਂ ਸੇਮ ਸੀਗੀਆਂ। ਜਦੋਂ ਮਾਈਨਸ ਹੋਣਗੀਆਂ ਇਹ ਦੋਨੋਂ ਤਾਂ ਮਾਈਨਸ ਮਾਈਨਸ ਪਲੱਸ ਹੋ ਜਾਣਗੇ, ਇਸ ਲਈ ਇਹ ਟਵਾਈਸ ਆਫ ਜਿਹੜਾ ਉਹ ਤੁਹਾਡੇ ਕੋਲ ਆ ਗਿਆ ਹੈ ਸਾਰੀ ਚੀਜ਼। ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ A1 ਮਾਈਨਸ A2 ਜਿਹੜਾ ਉਹ ਸਭ 'ਚ ਕਾਮਨ ਹੈ, ਇਸ ਲਈ ਉਹ ਉੱਧਰੋਂ ਕੱਟਿਆ ਜਾਏਗਾ। ਤਾਂ ਇੱਥੇ ਫਿਰ ਤੁਹਾਡੇ ਕੋਲ ਆ ਜਾਏਗੀ ਓਮੇਗਾ ਸੈਕਿੰਡ ਮੋਡ ਦੀ। ਇਹੀ ਚੀਜ਼ ਤੁਸੀਂ ਸੋਲਵ ਕੀਤੀ ਸੀ, ਦੇਖੋ ਨਾ ਇਹਦੇ ਵਿੱਚ ਤੁਹਾਡੇ ਕੋਲ ਦੋ ਓਮੇਗਾਸ ਆ ਰਹੇ ਨੇ, ਇਹਨਾਂ ਨੂੰ ਸੋਲਵ ਕਰਕੇ ਇਕੁਏਸ਼ਨ ਨੂੰ ਜਨਰਲ ਮੋਸ਼ਨ ਨੂੰ ਲੈ ਕੇ ਤੁਹਾਡੇ ਕੋਲ 2 ਓਮੇਗਾਸ ਆ ਰਹੇ ਨੇ। ਤਾਂ ਇਹੀ ਦੋਨੋਂ ਓਮੇਗਾ ਜਿਹੜੇ ਹੈ ਉਹੀ ਤੁਹਾਡੀ ਫ੍ਰੀਕੁਐਂਸੀ ਆਫ ਸੈਕਿੰਡ ਨੋਰਮਲ ਮੋਡ ਹੈ। ਇਹੀ ਜਿਹੜੀ ਚੀਜ਼ ਹੈ ਉਹ ਅਸੀਂ ਪ੍ਰੂਵ ਕਰਨੀ ਸੀ। तो आज इतों तक, कल असी करांगे इंडक्टिव कपलिंग ऑफ इलैक्ट्रिकल ऑसिलेटर्स।